ਮੈਂ ਇੱਕ 38 ਸਾਲ ਦੀ ਔਰਤ ਹਾਂ। ਮੇਰਾ 15 ਸਾਲ ਦਾ ਬੇਟਾ ਹੈ। ਮੇਰੇ ਪਤੀ ਦੁਬਈ ਦੇ ਵਿੱਚ ਕੰਮ ਕਰਦੇ ਹਨ, ਜਿਸ ਦੇ ਕਾਰਨ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਆਉਂਦੇ ਹਨ। ਅਸੀਂ ਮਾਂ ਬੇਟਾ ਘਰ ਦੇ ਵਿੱਚ ਇਕੱਲੇ ਰਹਿੰਦੇ ਸੀ। ਸਹੁਰੇ ਘਰ ਦੇ ਵਿੱਚ ਕੋਈ ਨਹੀਂ ਸੀ ਅਤੇ ਮੇਰੇ ਵਿਆਹ ਦੇ 5 ਸਾਲ ਬਾਅਦ ਹੀ ਮੇਰੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਭਰਾ ਭੈਣ ਕੋਈ ਸੀ ਹੀ ਨਹੀਂ। ਮੈਂ ਆਪਣੇ ਮਾਤਾ ਪਿਤਾ ਦੀ ਇੱਕੋ ਇੱਕ ਬੇਟੀ ਸੀ। ਮੇਰੇ ਪਤੀ ਅਮਿਤ ਵੀ ਪਹਿਲਾਂ ਤੋਂ ਹੀ ਅਨਾਥ ਸੀ। ਇੱਕ ਰਿਸ਼ਤਾ ਕਰਵਾਉਣ ਵਾਲੀ ਔਰਤ ਨੇ ਸਾਡਾ ਰਿਸ਼ਤਾ ਕਰਵਾਇਆ ਸੀ। ਅਮਿਤ ਇਕੱਲਾ ਰਹਿੰਦਾ ਸੀ ਅਤੇ ਮੈਂ ਉਹਨਾਂ ਦੇ ਜੀਵਨ ਦੇ ਵਿੱਚ ਨਵੀਂ ਸ਼ੁਰੂਆਤ ਦੀ ਤਰ੍ਹਾਂ ਆਈ ਸੀ। ਮੈਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਭਰੇ ਸਨ। ਨਾਲ ਹੀ ਉਹਨਾਂ ਦੇ ਸੁੰਨੇ ਪਏ ਘਰ ਨੂੰ ਰੌਣਕ ਨਾਲ ਭਰ ਦਿੱਤਾ ਸੀ। ਉਹਨਾਂ ਦਾ ਘਰ ਪੂਰਾ ਕਬਾੜਖਾਨਾ ਸੀ, ਪਰ ਮੇਰੇ ਆਉਂਦੇ ਹੀ ਉਹ ਚਮਕਣ ਲੱਗਿਆ ਸੀ। ਅਮਿਤ ਤਾਂ ਮੇਰਾ دیਵਾਨਾ ਹੋ ਗਿਆ ਸੀ। ਉਹ ਬਹੁਤ ਖੁਸ਼ ਹੁੰਦੇ ਸੀ ਅਤੇ ਕਹਿੰਦੇ, ਵਿਸ਼ਾਖਾ, ਤੁਸੀਂ ਬਹੁਤ ਚੰਗੀ ਪਤਨੀ ਹੋ। ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਨਵੀਆਂ ਖੁਸ਼ੀਆਂ ਲੈ ਕੇ ਆਏ ਹੋ। ਅਤੇ ਇਹ ਖੁਸ਼ੀਆਂ ਉਸ ਸਮੇਂ ਦੁੱਗਣੀਆਂ ਹੋ ਗਈਆਂ ਜਦੋਂ ਮੈਨੂੰ ਮਾਂ ਬਣਨ ਦੀ ਖੁਸ਼ਖਬਰੀ ਮਿਲੀ। ਮੇਰੇ ਮਾਂ ਬਣਨ ਦੀ ਖਬਰ ਸੁਣ ਕੇ ਅਮਿਤ ਤਾਂ ਬਹੁਤ ਖੁਸ਼ ਹੋਏ। ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਉਹਨਾਂ ਦੀ ਖਵਾਇਸ਼ ਸੀ ਕਿ ਉਹਨਾਂ ਨੂੰ ਬੇਟਾ ਚਾਹੀਦਾ ਹੈ। ਮੈਂ ਕਿਹਾ, ਬੇਟਾ ਕਿਉਂ? ਬੇਟੀ ਕਿਉਂ ਨਹੀਂ? ਬੇਟੀਆਂ ਜ਼ਿਆਦਾ ਪਿਆਰੀਆਂ ਹੁੰਦੀਆਂ ਹਨ। ਅਮਿਤ ਕਹਿਣ ਲੱਗੇ, ਕੋਈ ਗੱਲ ਨਹੀਂ, ਅਗਲੀ ਵਾਰ ਬੇਟੀ ਪਰ ਇਸ ਵਾਰ ਬੇਟਾ। ਅਤੇ ਪ੍ਰਮਾਤਮਾ ਨੇ ਉਹਨਾਂ ਦੀ ਸੁਣ ਲਈ ਸੀ। ਉਹਨਾਂ ਨੂੰ ਇੱਕ ਬੇਟਾ ਦਿੱਤਾ ਸੀ, ਪਰ ਬੇਟੀ ਦੀ ਖਵਾਇਸ਼ ਕਿਤੇ ਦਿਲ ਦੇ ਵਿੱਚ ਹੀ ਦੱਬੀ ਰਹਿ ਗਈ, ਕਿਉਂਕਿ ਉਸ ਤੋਂ ਬਾਅਦ ਮੈਂ ਦੁਬਾਰਾ ਮਾਂ ਨਹੀਂ ਬਣ ਸਕੀ। ਖੈਰ, ਅਸੀਂ ਜ਼ਿਆਦਾ ਅਫਸੋਸ ਨਹੀਂ ਕੀਤਾ। ਹੁਣ ਅਰੁਣ ਹੀ ਸਾਡੇ ਲਈ ਸਭ ਕੁਝ ਸੀ। ਉਹਨਾਂ ਦੇ ਕੁਝ ਰਿਸ਼ਤੇਦਾਰ ਸਨ ਜੋ ਕਦੇ-ਕਦੇ ਸਾਡੇ ਘਰ ਆਉਂਦੇ ਸਨ, ਪਰ ਉਹ ਦੂਜੇ ਸ਼ਹਿਰਾਂ ਦੇ ਵਿੱਚ ਰਹਿੰਦੇ ਸਨ। ਪਿਛਲੇ 4 ਸਾਲਾਂ ਤੋਂ ਮੇਰਾ ਪਤੀ ਦੁਬਈ ਦੇ ਵਿੱਚ ਨੌਕਰੀ ਕਰ ਰਿਹਾ ਸੀ। ਉਹ ਸਾਲ ਦੇ ਵਿੱਚ ਇੱਕ ਵਾਰ ਘਰ ਆਉਂਦੇ, ਸਾਡੇ ਨਾਲ ਮਹੀਨਾ ਗੁਜ਼ਾਰਦੇ ਅਤੇ ਫਿਰ ਵਾਪਸ ਚਲੇ ਜਾਂਦੇ। ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਸੀ, ਇਹ ਸੋਚ ਕੇ ਕਿ ਮੈਂ ਜੇ ਆਪਣੇ ਪਤੀ ਤੋਂ ਦੂਰ ਰਹਾਂਗੀ ਤਾਂ ਇਹ ਸਾਡੇ ਬੇਟੇ ਦੇ ਭਵਿੱਖ ਦੇ ਲਈ ਚੰਗਾ ਰਹੇਗਾ। ਦੁਬਈ ਦੇ ਵਿੱਚ ਉਹ ਨੌਕਰੀ ਦੇ ਨਾਲ ਚੰਗੀ ਕਮਾਈ ਕਰਨ ਲੱਗੇ ਸਨ, ਜਿਸ ਦੇ ਕਾਰਨ ਸਾਡੇ ਘਰ ਦਾ ਖਰਚਾ ਪਾਣੀ ਵਧੀਆ ਚੱਲਣ ਲੱਗਿਆ ਸੀ। ਜਦੋਂ ਤੋਂ ਮੇਰਾ ਬੇਟਾ 13 ਸਾਲ ਦਾ ਹੋਇਆ ਸੀ, ਉਸ ਦੇ ਵਿਵਹਾਰ ਦੇ ਵਿੱਚ ਬਦਲਾਅ ਆਉਣ ਲੱਗਿਆ ਸੀ। ਪਹਿਲਾਂ ਤਾਂ ਮੈਂ ਇਸ ਨੂੰ ਵੱਧਦੀ ਹੋਈ ਉਮਰ ਦਾ ਪ੍ਰਭਾਵ ਜਾਣ ਕੇ ਅਣਦੇਖਿਆ ਕਰ ਦਿੱਤਾ ਕਿ ਉਸ ਦੀ ਉਮਰ ਵੱਧ ਰਹੀ ਹੈ। ਉਸ ਦੀ ਬਾਡੀ ਦੇ ਵਿੱਚ ਕੁਝ ਨਾ ਕੁਝ ਬਦਲਾਅ ਤਾਂ ਹੋਣਗੇ ਅਤੇ ਇਹਨਾਂ ਨੂੰ ਲੈ ਕੇ ਉਹ ਬਦਲੇਗਾ, ਪਰ ਹੌਲੀ-ਹੌਲੀ ਉਸ ਦੀਆਂ ਹਰਕਤਾਂ ਮੈਨੂੰ ਪਰੇਸ਼ਾਨ ਕਰਨ ਲੱਗੀਆਂ ਸਨ। 2-3 ਸਾਲ ਪਹਿਲਾਂ ਉਹ ਮੇਰੇ ਕਮਰੇ ਦੇ ਵਿੱਚ ਹੀ ਸੌਂਦਾ ਸੀ, ਪਰ ਜਦੋਂ ਉਸ ਦੇ ਵਿਵਹਾਰ ਦੇ ਵਿੱਚ ਬਦਲਾਅ ਦੇਖਿਆ ਤਾਂ ਮੈਂ ਉਸ ਨੂੰ ਪਿਆਰ ਦੇ ਨਾਲ ਸਮਝਾ ਕੇ ਅਲੱਗ ਕਮਰੇ ਦੇ ਵਿੱਚ ਸਵਾਉਣਾ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਤਾਂ ਬਹੁਤ ਰੋਇਆ, ਪਰ ਫਿਰ ਹੌਲੀ-ਹੌਲੀ ਉਹ ਇਸ ਗੱਲ ਨੂੰ ਮੰਨ ਗਿਆ, ਪਰ ਉਸ ਦੀਆਂ ਆਦਤਾਂ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ। ਕੁਝ ਮਹੀਨਿਆਂ ਤੋਂ ਘਰ ਦੇ ਵਿੱਚ ਕੁਝ ਅਜੀਬ-ਅਜੀਬ ਘਟਨਾਵਾਂ ਹੋਣ ਲੱਗੀਆਂ ਸਨ। ਜਦੋਂ ਮੈਂ ਨਹਾਉਣ ਜਾਂਦੀ ਤਾਂ ਮੇਰੇ ਕੱਪੜੇ, ਖਾਸ ਕਰਕੇ ਮੇਰੇ ਇਨਰਵੀਅਰ, ਗਾਇਬ ਹੋ ਜਾਂਦੇ ਅਤੇ ਕੁਝ ਦਿਨਾਂ ਬਾਅਦ ਉਹੀ ਕੱਪੜੇ ਮੈਨੂੰ ਵਾਪਸ ਮਿਲ ਜਾਂਦੇ। ਘਰ ਦੇ ਵਿੱਚ ਬਸ ਮੈਂ ਤੇ ਮੇਰਾ ਬੇਟਾ ਹੀ ਹੁੰਦੇ ਸਨ। ਕਦੇ-ਕਦੇ ਮੈਨੂੰ ਲੱਗਦਾ ਜਿਵੇਂ ਕੋਈ ਮੈਨੂੰ ਦੇਖ ਰਿਹਾ ਹੈ। ਜਦੋਂ ਮੈਂ ਆਪਣੇ ਬੇਟੇ ਦੇ ਵੱਲ ਦੇਖਦੀ ਤਾਂ ਉਹ ਆਪਣੀਆਂ ਨਜ਼ਰਾਂ ਝੁਕਾ ਲੈਂਦਾ ਅਤੇ ਆਪਣੀ ਪੜ੍ਹਾਈ ਦੇ ਵਿੱਚ ਲੱਗ ਜਾਂਦਾ। ਇਹਨਾਂ ਸਾਰੀਆਂ ਘਟਨਾਵਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਮੈਂ ਕਈ ਵਾਰ ਆਪਣੇ ਪਤੀ ਦੇ ਨਾਲ ਗੱਲ ਕਰਦੀ, ਪਰ ਉਹਨਾਂ ਨੂੰ ਇਹ ਸਭ ਕੁਝ ਕਹਿਣ ਦੀ ਹਿੰਮਤ ਨਾ ਹੁੰਦੀ ਕਿ ਇਹ ਸ਼ਾਇਦ ਮੇਰੀ ਗਲਤ ਫਹਿਮੀ ਹੋਵੇਗੀ। ਜਿਸ ਤਰ੍ਹਾਂ ਮੈਂ ਸੋਚ ਰਹੀ ਹਾਂ ਉਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਇਕੱਲੇਪਨ ਦੇ ਕਾਰਨ ਹੁਣ ਮੈਂ ਅੱਕ ਚੁੱਕੀ ਹਾਂ। ਇਸ ਕਰਕੇ ਮੇਰੇ ਦਿਮਾਗ ਦੇ ਵਿੱਚ ਬੇਕਾਰ ਦੇ ਵਹਿਮ ਪੈਦਾ ਹੋਣ ਲੱਗੇ ਸਨ ਅਤੇ ਫਿਰ ਸੱਚਮੁੱਚ ਇਹ ਸਭ ਕੁਝ ਮੈਨੂੰ ਵਹਿਮ ਲੱਗਣ ਲੱਗਿਆ ਸੀ, ਪਰ ਕੁਝ ਤਾਂ ਗੜਬੜ ਸੀ ਜੋ ਹੌਲੀ-ਹੌਲੀ ਸਾਹਮਣੇ ਆ ਰਿਹਾ ਸੀ। ਇੱਕ ਰਾਤ ਜਦੋਂ ਮੈਂ ਅਤੇ ਅਰੁਣ ਖਾਣਾ ਖਾ ਰਹੇ ਸੀ ਤਾਂ ਮੈਂ ਉਸ ਦੀਆਂ ਨਜ਼ਰਾਂ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਦੇਖੀ। ਮੈਂ ਪੁੱਛਿਆ, ਅਰੁਣ, ਕੀ ਗੱਲ ਹੈ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਪਰ ਉਹ ਨਜ਼ਰਾਂ ਝੁਕਾ ਕੇ ਚੁੱਪ ਹੋ ਗਿਆ। ਮੇਰੇ ਦਿਲ ਦੇ ਵਿੱਚ ਕਈ ਸਵਾਲ ਉੱਠ ਰਹੇ ਸਨ, ਪਰ ਉਸ ਸਮੇਂ ਮੈਂ ਕੁਝ ਸਮਝ ਨਹੀਂ ਸਕੀ। ਮੈਂ ਕਿਹਾ, ਅਰੁਣ, ਜੇਕਰ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਕੁਝ ਜ਼ਿਆਦਾ ਹੀ ਪਰੇਸ਼ਾਨ ਰਹਿਣ ਲੱਗੇ ਹੋ। ਜੇਕਰ ਤੁਹਾਡੀ ਸਕੂਲ ਦੀ ਜਾਂ ਤੁਹਾਡੇ ਕੋਈ ਦੋਸਤਾਂ ਦੀ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਤੁਹਾਡੀ ਮਾਂ ਹਾਂ। ਜੇਕਰ ਤੁਸੀਂ ਮੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸੋਗੇ ਤਾਂ ਫਿਰ ਕਿਸ ਨੂੰ ਦੱਸੋਗੇ? ਮੈਂ ਪਿਆਰ ਦੇ ਨਾਲ ਅਰੁਣ ਨੂੰ ਕਿਹਾ। ਮੇਰੀ ਗੱਲ ਸੁਣ ਕੇ ਅਰੁਣ ਦੇ ਚਿਹਰੇ ਤੇ ਹਲਕੀ ਜਿਹੀ ਚਮਕ ਆਈ ਸੀ। ਉਸਨੇ ਮੇਰੇ ਵੱਲ ਦੇਖਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਕਹਿ ਨਹੀਂ ਸਕਦਾ ਸੀ। ਮੈਂ ਉਸ ਨੂੰ ਫਿਰ ਤੋਂ ਹੌਸਲਾ ਦਿੱਤਾ ਕਿ ਹਾਂ ਅਰੁਣ, ਮੈਂ ਸੁਣ ਰਹੀ ਹਾਂ, ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਰੁਣ ਨੇ ਹੌਲੀ ਜਿਹੀ ਕਿਹਾ ਕਿ ਹਾਂ ਮੰਮਾ, ਮੈਂ ਇਹ ਕਹਿਣਾ ਚਾਹੁੰਦਾ ਸੀ ਕਿ
ਅਰੁਣ ਇਹ ਕਹਿੰਦਾ ਚੁੱਪ ਹੋ ਗਿਆ। ਮੈਂ ਉਸਦੇ ਬੋਲਣ ਦਾ ਇੰਤਜ਼ਾਰ ਕਰ ਰਹੀ ਸੀ, ਪਰ ਉਹ ਕੁਝ ਨਹੀਂ ਬੋਲ ਰਿਹਾ ਸੀ। ਬੇਵਜ੍ਹਾ ਚਮਚ ਆਪਣੀ ਪਲੇਟ ਦੇ ਵਿੱਚ ਘੁਮਾ ਰਿਹਾ ਸੀ। ਮੈਂ ਕਿਹਾ, ਅਰੁਣ ਤੁਸੀਂ ਚੁੱਪ ਕਿਉਂ ਹੋ? ਦੱਸੋ ਨਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਤੁਸੀਂ ਮੈਨੂੰ ਦੱਸੋਗੇ ਨਹੀਂ ਤਾਂ ਮੈਂ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਿਵੇਂ ਕਰਾਂਗੀ? ਕਾਫੀ ਸਮੇਂ ਤੱਕ ਅਰੁਣ ਆਪਣੇ ਆਪ ਨੂੰ ਕਹਿਣ ਦੇ ਲਈ ਤਿਆਰ ਕਰਦਾ ਰਿਹਾ। ਥੋੜੇ ਸਮੇਂ ਬਾਅਦ ਬੋਲਿਆ ਕਿ ਮੈਂ ਇਹ ਕਹਿ ਰਿਹਾ ਸੀ, ਮੰਮਾ ਤੁਸੀਂ ਬਹੁਤ ਖੂਬਸੂਰਤ ਹੋ, ਤੁਹਾਡਾ ਸਰੀਰ ਮੈਨੂੰ ਬਹੁਤ ਪਸੰਦ ਹੈ। ਇਹ ਸੁਣਦੇ ਹੀ ਮੇਰੇ ਹੱਥ ਦੇ ਵਿੱਚੋਂ ਚਮਚ ਛੁੱਟ ਕੇ ਥੱਲੇ ਡਿੱਗ ਪਿਆ ਸੀ। ਬੇਟੇ ਆਪਣੀ ਮਾਂ ਦੀ ਤਾਰੀਫ ਕਰਦੇ ਹਨ, ਇਸ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਸੀ, ਪਰ ਜਿਸ ਤਰੀਕੇ ਦੇ ਨਾਲ ਅਰੁਣ ਨੇ ਮੇਰੀ ਤਾਰੀਫ ਕੀਤੀ ਸੀ ਉਸ ਨੂੰ ਸੁਣ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਮੈਂ ਹੈਰਾਨ ਹੋ ਕੇ ਉਸ ਨੂੰ ਦੇਖਣ ਲੱਗੀ। ਸ਼ਾਇਦ ਉਸ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਉਸ ਨੇ ਕੁਝ ਗਲਤ ਬੋਲ ਦਿੱਤਾ ਹੈ। ਉਹ ਜਲਦੀ ਨਾਲ ਬੋਲਿਆ ਕਿ ਮੇਰਾ ਮਤਲਬ ਸੀ ਮੰਮਾ ਕਿ ਤੁਸੀਂ ਇਸ ਉਮਰ ਦੇ ਵਿੱਚ ਵੀ ਤਾਂ ਬਹੁਤ ਖੂਬਸੂਰਤ ਲੱਗਦੇ ਹੋ, ਆਪਣੀ ਉਮਰ ਤੋਂ 8 ਸਾਲ ਛੋਟੇ ਲੱਗਦੇ ਹੋ। ਮੇਰੇ ਸਾਰੇ ਦੋਸਤ ਤੁਹਾਡੀ ਤਾਰੀਫ ਕਰਦੇ ਹਨ। ਅਰੁਣ ਤੇਜ਼ੀ ਦੇ ਨਾਲ ਬਹਾਨੇ ਬਣਾਉਣ ਲੱਗਿਆ, ਜਿਵੇਂ ਉਹ ਆਪਣੀ ਗੱਲ ਨੂੰ ਲੁਕਾਉਣਾ ਚਾਹੁੰਦਾ ਹੋਵੇ। ਮੈਂ ਕੁਝ ਨਹੀਂ ਬੋਲੀ, ਚੁੱਪਚਾਪ ਖਾਣਾ ਖਾਣ ਲੱਗੀ। ਉਹ ਜਲਦੀ ਦੇ ਨਾਲ ਆਪਣਾ ਖਾਣਾ ਖਤਮ ਕਰਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ। ਉਸ ਰਾਤ ਅਰੁਣ ਦੀਆਂ ਗੱਲਾਂ ਨੇ ਮੇਰੇ ਦਿਲ ਦੇ ਵਿੱਚ ਸ਼ੱਕ ਨੂੰ ਹੋਰ ਗੂੜਾ ਕਰ ਦਿੱਤਾ ਸੀ। ਜੋ ਮੇਰਾ ਦਿਮਾਗ ਸੋਚਣ ਲੱਗਿਆ ਸੀ ਕਿਤੇ ਉਹ ਸੱਚ ਤਾਂ ਨਹੀਂ। ਇਹ ਸੋਚ ਕੇ ਮੇਰਾ ਦਿਲ ਕੰਬ ਉੱਠਿਆ ਸੀ। ਨਹੀਂ, ਮੇਰਾ ਬੇਟਾ ਅਜਿਹਾ ਨਹੀਂ ਹੈ। ਮੈਂ ਉਸ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਹਨ, ਮੈਂ ਉਸ ਦੀ ਬਹੁਤ ਚੰਗੀ ਪਰਵਰਿਸ਼ ਕੀਤੀ ਹੈ, ਪਰ ਫਿਰ ਵੀ ਇਹ ਬਹੁਤ ਨਾਜ਼ੁਕ ਉਮਰ ਹੁੰਦੀ ਹੈ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਬੇਟਾ ਭੜਕ ਜਾਵੇ। ਇਹ ਉਮਰ ਬਹੁਤ ਨਾਜ਼ੁਕ ਹੁੰਦੀ ਹੈ, ਲੜਕਾ ਹੋਵੇ ਜਾਂ ਲੜਕੀ। ਜੇਕਰ ਇਸ ਉਮਰ ਦੇ ਵਿੱਚ ਭੜਕ ਜਾਣ ਤਾਂ ਉਹਨਾਂ ਦੀ ਪੂਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਅਤੇ ਉਹ ਆਪਣੇ ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਖਰਾਬ ਕਰ ਸਕਦੇ ਹਨ। ਅਤੇ ਅਰੁਣ ਦੀ ਜ਼ਿੰਮੇਵਾਰੀ ਮੇਰੇ ਤੇ ਸੀ, ਕਿਉਂਕਿ ਉਹਨਾਂ ਦੇ ਪਿਤਾ ਤਾਂ ਇੱਥੇ ਨਹੀਂ ਸਨ। ਇਹ ਸੱਚ ਹੈ ਕਿ ਜਦੋਂ ਬੱਚਿਆਂ ਦੇ ਸਿਰ ਤੇ ਪਿਓ ਦਾ ਹੱਥ ਨਾ ਹੋਵੇ ਤਾਂ ਬੱਚੇ ਹੋਰ ਵੀ ਬੇਪਰਵਾਹ ਹੋ ਜਾਂਦੇ ਹਨ, ਪਰ ਮੈਂ ਅਰੁਣ ਨੂੰ ਹਮੇਸ਼ਾ ਚੰਗੇ ਸੰਸਕਾਰ ਦਿੱਤੇ ਸਨ। ਉਹ ਮੇਰੇ ਤੋਂ ਡਰਦਾ ਸੀ, ਮੇਰੀ ਇੱਜ਼ਤ ਵੀ ਕਰਦਾ ਸੀ ਅਤੇ ਮੇਰੀਆਂ ਗੱਲਾਂ ਨੂੰ ਮੰਨਦਾ ਵੀ ਸੀ। ਮੈਂ ਫੈਸਲਾ ਕੀਤਾ ਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਾਵਾਂਗੀ। ਇਹ ਅਜੇ ਸ਼ੁਰੂਆਤ ਹੈ, ਹੌਲੀ ਹੌਲੀ ਉਹ ਸਮਝ ਜਾਵੇਗਾ। ਮੈਂ ਆਪਣੇ ਕਮਰੇ ਦੇ ਵਿੱਚ ਬੈਠੀ ਹੱਥ ਦੇ ਵਿੱਚ ਕੌਫੀ ਦਾ ਮੱਗ ਲੈ ਕੇ ਇਹੀ ਸੋਚ ਰਹੀ ਸੀ। ਘੜੀ ਦੇ ਵਿੱਚ ਟਾਈਮ ਦੇਖਿਆ ਤਾਂ ਰਾਤ ਦੇ 12 ਵੱਜਣ ਵਾਲੇ ਸਨ। ਮੈਂ ਸੋਚਿਆ ਕਿ ਇਸ ਸਮੇਂ ਅਰੁਣ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੋਵੇਗਾ। ਮੈਂ ਸੌਣ ਦਾ ਇਰਾਦਾ ਕੀਤਾ ਅਤੇ ਸੌਣ ਦੀ ਤਿਆਰੀ ਕਰਨ ਲੱਗੀ। ਇਸ ਤੋਂ ਪਹਿਲਾਂ ਮੈਂ ਨਹਾਉਣ ਦੇ ਲਈ ਆਪਣੀ ਅਲਮਾਰੀ ਖੋਲ੍ਹਣ ਲੱਗੀ ਤਾਂ ਕਿ ਮੈਂ ਨਾਈਟ ਸੂਟ ਕੱਢ ਸਕਾਂ। ਅੱਜ ਮੇਰਾ ਮਨ ਅਮਿਤ ਨਾਲ ਗੱਲ ਕਰਨ ਦਾ ਸੀ। ਮੈਂ ਸੋਚਿਆ ਕਿ ਸੌਣ ਤੋਂ ਪਹਿਲਾਂ ਥੋੜਾ ਸਮਾਂ ਅਮਿਤ ਦੇ ਨਾਲ ਗੱਲ ਕਰਾਂਗੀ, ਜਿਸ ਦੇ ਕਾਰਨ ਦਿਲ ਦਾ ਬੋਝ ਹਲਕਾ ਹੋ ਜਾਵੇਗਾ। ਮੈਨੂੰ ਅੱਜ ਅਮਿਤ ਦੀ ਬਹੁਤ ਯਾਦ ਆ ਰਹੀ ਸੀ। ਅਮਿਤ ਦੇ ਬਿਨਾਂ ਮੈਨੂੰ ਚੰਗਾ ਨਹੀਂ ਲੱਗਦਾ ਸੀ। ਜਦੋਂ ਅਮਿਤ ਨੂੰ ਮੈਂ ਆਪਣੀਆਂ ਦਿਲ ਦੀਆਂ ਗੱਲਾਂ ਦੱਸਦੀ ਤਾਂ ਮੈਨੂੰ ਅਮਿਤ ਸਮਝਾਉਂਦੇ ਕਿ ਵਿਸ਼ਾਖਾ ਬਸ 2 ਸਾਲ ਦਾ ਸਬਰ ਹੋਰ ਕਰ ਲਓ, ਫਿਰ ਉਸ ਤੋਂ ਬਾਅਦ ਸਾਡੇ ਕੋਲ ਕੁਝ ਪੈਸੇ ਇਕੱਠੇ ਹੋ ਜਾਣਗੇ ਅਤੇ ਮੈਂ ਹਿੰਦੁਸਤਾਨ ਦੇ ਵਿੱਚ ਹੀ ਕੋਈ ਕੰਮ ਸ਼ੁਰੂ ਕਰ ਲਵਾਂਗਾ। ਮੈਂ ਹਮੇਸ਼ਾ ਅਮਿਤ ਦੀ ਗੱਲ ਮੰਨਦੀ ਸੀ, ਪਰ ਮੈਂ ਇੱਥੇ ਵੀ ਆਪਣੇ ਜਜ਼ਬਾਤਾਂ ਨੂੰ ਆਪਣੇ ਦਿਲ ਦੇ ਵਿੱਚ ਦੱਬ ਲੈਂਦੀ ਸੀ। ਮੈਨੂੰ ਅਮਿਤ ਦੀ ਹਾਲਤ ਦਾ ਅਹਿਸਾਸ ਸੀ। ਉਹ ਵੀ ਸਾਡੇ ਸਾਰਿਆਂ ਤੋਂ ਦੂਰ ਪ੍ਰਦੇਸ਼ ਦੇ ਵਿੱਚ ਧੱਕੇ ਖਾ ਰਹੇ ਸਨ। ਅਚਾਨਕ ਮੇਰੇ ਮਨ ਦੇ ਵਿੱਚ ਉਹਨਾਂ ਦੀ ਪਸੰਦੀ ਦੀ ਲਾਲ ਕਲਰ ਦੀ ਨਾਈਟੀ ਪਾਉਣ ਦਾ ਖਿਆਲ ਆਇਆ, ਜੋ ਉਹਨਾਂ ਨੂੰ ਬਹੁਤ ਪਸੰਦ ਸੀ। ਮੈਂ ਨਾਈਟੀ ਲੱਭਣੀ ਸ਼ੁਰੂ ਕਰ ਦਿੱਤੀ, ਪਰ ਮੈਨੂੰ ਉਹ ਕਿਤੇ ਮਿਲ ਨਹੀਂ ਰਹੀ ਸੀ। ਮੈਂ ਪੂਰੀ ਅਲਮਾਰੀ ਦੇਖ ਲਈ, ਪਰ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮੈਂ ਉਸ ਨਾਈਟੀ ਨੂੰ ਇਸ ਅਲਮਾਰੀ ਦੇ ਵਿੱਚ ਹੀ ਰੱਖਿਆ ਸੀ, ਪਰ ਹੁਣ ਉਹ ਇੱਥੇ ਨਹੀਂ ਸੀ। ਲੱਭਦੇ ਮੈਂ ਪਰੇਸ਼ਾਨ ਹੋ ਗਈ ਸੀ ਅਤੇ ਜਦੋਂ ਮੈਨੂੰ ਨਾਈਟੀ ਨਾ ਮਿਲੀ ਤਾਂ ਥੱਕ ਹਾਰ ਕੇ ਮੈਂ ਦੂਜੀ ਨਾਈਟੀ ਪਾ ਲਈ, ਪਰ ਮੇਰੇ ਦਿਮਾਗ ਦੇ ਵਿੱਚ ਅਜੇ ਵੀ ਉਹੀ ਲਾਲ ਨਾਈਟੀ ਘੁੰਮ ਰਹੀ ਸੀ। ਆਖਰਕਾਰ ਉਹ ਗਈ ਤਾਂ ਗਈ ਕਿੱਥੇ? ਨਹਾਉਣ ਤੋਂ ਬਾਅਦ ਅਮਿਤ ਦੇ ਨਾਲ ਮੈਂ ਥੋੜਾ ਸਮਾਂ ਗੱਲ ਕੀਤੀ। ਉਸ ਦੇ ਨਾਲ ਗੱਲ ਕਰਕੇ ਮੇਰਾ ਮੂਡ ਚੰਗਾ ਹੋ ਗਿਆ ਸੀ ਅਤੇ ਫਿਰ ਮੈਂ ਸੌਣ ਦੇ ਲਈ ਲੇਟ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੈਂ ਪੂਰਾ ਅੱਧਾ ਘੰਟਾ ਲੇਟ ਹੋ ਚੁੱਕੀ ਸੀ। ਮੈਂ ਜਲਦੀ ਨਾਲ ਘਬਰਾ ਕੇ ਉੱਠੀ। ਅਰੁਣ ਦੇ ਸਕੂਲ ਜਾਣ ਦਾ ਸਮਾਂ ਹੋ ਰਿਹਾ ਸੀ। ਉਹ ਅਜੇ ਤੱਕ ਨਹੀਂ ਉੱਠਿਆ ਸੀ। ਇਸ ਤੋਂ ਪਹਿਲਾਂ ਜਦੋਂ ਮੈਂ ਕਿਤੇ ਲੇਟ ਹੋ ਜਾਂਦੀ ਤਾਂ ਅਰੁਣ ਮੈਨੂੰ ਉਠਾ ਦਿੰਦਾ ਸੀ। ਜਲਦੀ ਮੈਂ ਉਸਦੇ ਕਮਰੇ ਦੇ ਵਿੱਚ ਗਈ। ਉਹ ਅਜੇ ਵੀ ਗੂੜੀ ਨੀਂਦ ਵਿੱਚ ਸੌਂ ਰਿਹਾ ਸੀ। ਮੈਂ ਉਸਦੀ ਚਾਦਰ ਖਿੱਚ ਕੇ ਕਿਹਾ, ਅਰੁਣ ਤੁਸੀਂ ਸਕੂਲ ਦੇ ਲਈ ਲੇਟ ਹੋ ਰਹੇ ਹੋ, ਜਲਦੀ ਉੱਠੋ। ਉਹ ਅੱਖਾਂ ਮਲਦਾ ਹੋਇਆ ਉੱਠ ਕੇ ਬੈਠ ਗਿਆ। ਮੈਂ ਝਿੜਕਦੇ ਹੋਏ ਕਿਹਾ ਕਿ ਟਾਈਮ ਵੇਸਟ ਨਾ ਕਰੋ, ਵੈਸੇ ਵੀ ਤੁਸੀਂ ਉੱਠਣ ਦੇ ਵਿੱਚ ਅੱਧਾ ਘੰਟਾ ਲੇਟ ਕਰ ਦਿੱਤਾ ਹੈ। ਜਲਦੀ ਉੱਠੋ ਅਤੇ ਬਾਥਰੂਮ ਦੇ ਵਿੱਚ ਜਾਓ ਅਤੇ ਫਰੈਸ਼ ਹੋ ਜਾਓ, ਉਦੋਂ ਤੱਕ ਮੈਂ ਤੁਹਾਡੇ ਕੱਪੜੇ ਕੱਢ ਦਿੰਦੀ ਹਾਂ। ਅਰੁਣ ਬਾਥਰੂਮ ਦੇ ਵੱਲ ਚਲਾ ਗਿਆ ਅਤੇ ਮੈਂ ਉਸਦੇ ਕੱਪੜੇ ਕੱਢਣ ਦੇ ਲਈ ਉਸਦੀ ਅਲਮਾਰੀ ਦੇ ਵੱਲ ਵਧੀ। ਜਿਵੇਂ ਹੀ ਮੈਂ ਅਲਮਾਰੀ ਖੋਲੀ ਤਾਂ ਮੇਰੇ ਹੋਸ਼ ਉੱਡ ਗਏ। ਉੱਥੇ ਸਾਹਮਣੇ ਹੀ ਮੇਰੀ ਲਾਲ ਕਲਰ ਦੀ ਨਾਈਟੀ ਰੱਖੀ ਹੋਈ ਸੀ, ਜਿਸ ਨੂੰ ਮੈਂ ਪੂਰੀ ਰਾਤ ਲੱਭਦੀ ਰਹੀ ਸੀ। ਇਹ ਨਾਈਟੀ ਅਰੁਣ ਦੀ
ਅਲਮਾਰੀ ਦੇ ਵਿੱਚ ਕਿਵੇਂ ਆਈ? ਮੇਰਾ ਦਿਮਾਗ ਸੁੰਨ ਹੋ ਗਿਆ ਸੀ। ਮੈਂ ਉਹੀ ਸੋਚਣ ਲੱਗੀ ਜਿਸ ਨੂੰ ਮੈਂ ਸੋਚਣਾ ਨਹੀਂ ਚਾਹੁੰਦੀ ਸੀ। ਅਰੁਣ ਅਜੇ ਬੱਚਾ ਸੀ, ਅਜੇ ਉਸਦੀ ਉਮਰ ਹੀ ਕੀ ਸੀ, ਅਜੇ ਉਹ ਪੂਰੇ 15 ਸਾਲਾਂ ਦਾ ਵੀ ਨਹੀਂ ਹੋਇਆ ਸੀ। ਪਰ ਇਹ ਸਭ ਕੁਝ ਕੀ ਹੋ ਰਿਹਾ ਸੀ? ਮੈਂ ਉਸ ਨਾਈਟੀ ਨੂੰ ਹੱਥ ਦੇ ਵਿੱਚ ਫੜ ਕੇ ਸੋਚ ਰਹੀ ਸੀ। ਫਿਰ ਉਸ ਸਮੇਂ ਹੀ ਅਰੁਣ ਪਿੱਛੇ ਤੋਂ ਆ ਗਿਆ, ਕਹਿਣ ਲੱਗਿਆ, ਮੰਮਾ ਮੇਰੇ ਕੱਪੜੇ ਕੱਢ ਦਿੱਤੇ। ਮੈਂ ਮੁੜ ਕੇ ਉਸਦੇ ਵੱਲ ਦੇਖਿਆ, ਉਹ ਨਾਈਟੀ ਅਜੇ ਵੀ ਮੇਰੇ ਹੱਥਾਂ ਦੇ ਵਿੱਚ ਸੀ। ਮੈਂ ਉਸਨੂੰ ਅਰੁਣ ਦੇ ਸਾਹਮਣੇ ਕਰ ਦਿੱਤਾ। ਉਸਨੂੰ ਪੁੱਛਿਆ, ਅਰੁਣ ਇਹ ਨਾਈਟੀ ਤੁਹਾਡੇ ਕੱਪੜਿਆਂ ਦੇ ਵਿੱਚ ਕਿਵੇਂ ਆਈ? ਮੇਰੇ ਸਵਾਲ ਤੇ ਅਰੁਣ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸਦੇ ਚਿਹਰੇ ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ। ਉਹ ਡਰਦਾ ਹੋਇਆ ਬੋਲਿਆ, ਮੰਮਾ ਮੈਂ ਤੁਹਾਨੂੰ ਦੱਸਣ ਹੀ ਵਾਲਾ ਸੀ। ਉਸ ਦਿਨ ਜਦੋਂ ਤੁਸੀਂ ਧੋਤੇ ਹੋਏ ਕੱਪੜੇ ਮੇਰੇ ਕਮਰੇ ਦੇ ਵਿੱਚ ਰੱਖੇ ਸਨ ਤਾਂ ਤੁਸੀਂ ਕਿਹਾ ਸੀ ਕਿ ਇਹਨਾਂ ਦੀ ਤਹਿ ਮਾਰ ਕੇ ਆਪਣੀ ਅਲਮਾਰੀ ਦੇ ਵਿੱਚ ਰੱਖ ਲਓ, ਤਾਂ ਉਹਨਾਂ ਦੇ ਵਿੱਚ ਇਹ ਨਾਈਟੀ ਵੀ ਸੀ। ਮੈਂ ਤੁਹਾਨੂੰ ਇਹ ਦੱਸਣ ਹੀ ਵਾਲਾ ਸੀ ਅਤੇ ਫਿਰ ਮੈਂ ਭੁੱਲ ਗਿਆ ਅਤੇ ਇਸ ਨੂੰ ਆਪਣੀ ਹੀ ਅਲਮਾਰੀ ਦੇ ਵਿੱਚ ਰੱਖ ਲਿਆ। ਉਸ ਦੀ ਗੱਲ ਸੁਣ ਕੇ ਮੈਨੂੰ ਸਾਫ਼ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਿਹਾ ਸੀ। ਉਸ ਦੀ ਘਬਰਾਹਟ, ਉਸ ਦੇ ਚਿਹਰੇ ਦਾ ਰੰਗ ਸਭ ਕੁਝ ਮੈਨੂੰ ਦੱਸ ਰਿਹਾ ਸੀ ਕਿ ਸੱਚ ਕੁਝ ਹੋਰ ਹੈ। ਮੈਂ ਕੁਝ ਸਮੇਂ ਤੱਕ ਖੜੀ ਉਸ ਨੂੰ ਦੇਖਦੀ ਰਹੀ, ਉਸ ਦੇ ਚਿਹਰੇ ਦੇ ਹਾਵ ਭਾਵ ਜਾਂਚਦੀ ਰਹੀ ਅਤੇ ਫਿਰ ਮੈਂ ਬਿਨਾਂ ਕੁਝ ਕਹੇ ਨਾਈਟੀ ਲੈ ਕੇ ਆਪਣੇ ਕਮਰੇ ਦੇ ਵਿੱਚ ਆ ਗਈ। ਮੇਰਾ ਦਿਮਾਗ ਉਲਝਣ ਦੇ ਵਿੱਚ ਸੀ। ਇਹ ਸਭ ਕੁਝ ਕੀ ਹੋ ਰਿਹਾ ਸੀ? ਜਿਵੇਂ ਤਿਵੇਂ ਮੈਂ ਨਾਸ਼ਤਾ ਬਣਾਇਆ ਅਤੇ ਅਰੁਣ ਨੂੰ ਦਿੱਤਾ ਅਤੇ ਉਸ ਦਾ ਲੰਚ ਤਿਆਰ ਕਰਕੇ ਉਸ ਨੂੰ ਸਕੂਲ ਦੇ ਵਿੱਚ ਭੇਜ ਦਿੱਤਾ। ਪਰ ਹੁਣ ਮੇਰਾ ਮਨ ਕਿਸੇ ਕੰਮ ਦੇ ਵਿੱਚ ਨਹੀਂ ਲੱਗ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਸੀ। ਅਚਾਨਕ ਮੇਰੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਮੈਂ ਅਰੁਣ ਦੇ ਟੀਚਰ ਦੇ ਨਾਲ ਗੱਲ ਕਰਾਂ ਕਿ ਸਕੂਲ ਦੇ ਵਿੱਚ ਉਹ ਕਿਵੇਂ ਰਹਿੰਦਾ ਹੈ, ਉਸ ਦੇ ਫਰੈਂਡ ਸਰਕਲ ਦੇ ਵਿੱਚ ਕੌਣ-ਕੌਣ ਹੈ। ਇਸ ਦੇ ਨਾਲ ਮੈਨੂੰ ਕੁਝ ਅੰਦਾਜ਼ਾ ਹੋ ਸਕਦਾ ਸੀ ਆਖਿਰਕਾਰ ਅਰੁਣ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ ਹੈ। ਮੈਂ ਉਸਦੇ ਦੋਸਤਾਂ ਨਾਲ ਵੀ ਗੱਲ ਕਰਨ ਦਾ ਸੋਚਿਆ ਸੀ ਅਤੇ ਹੁਣ ਉਸਦੇ ਬਾਰੇ ਜਾਂਚ ਪੜਤਾਲ ਕਰਨ ਦਾ ਮੈਂ ਪੱਕਾ ਇਰਾਦਾ ਕਰ ਚੁੱਕੀ ਸੀ। ਇਸ ਕਰਕੇ ਮੈਂ ਜਲਦੀ ਘਰ ਦੇ ਕੰਮ ਨਿਪਟਾਏ ਅਤੇ ਅਰੁਣ ਦੇ ਸਕੂਲ ਦੇ ਵੱਲ ਚੱਲ ਪਈ। ਮੈਂ ਖਾਸ ਤੌਰ ਤੇ ਅਰੁਣ ਦੀ ਕਲਾਸ ਟੀਚਰ ਨੂੰ ਮਿਲਣ ਗਈ ਸੀ। ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ, ਮੈਂ ਅਰੁਣ ਦੇ ਬਾਰੇ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਅੱਜ ਕੱਲ੍ਹ ਉਸ ਦਾ ਧਿਆਨ ਪੜ੍ਹਾਈ ਦੇ ਵਿੱਚੋਂ ਹਟ ਰਿਹਾ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਸਦੇ ਫਰੈਂਡ ਸਰਕਲ ਦੇ ਵਿੱਚ ਕੌਣ-ਕੌਣ ਹੈ, ਕਿਸ ਦੇ ਨਾਲ ਉਸਦੀ ਦੋਸਤੀ ਜ਼ਿਆਦਾ ਹੈ। ਅਤੇ ਅਰੁਣ ਦੇ ਟੀਚਰ ਨੇ ਜੋ ਜਵਾਬ ਦਿੱਤਾ ਉਸ ਦੇ ਨਾਲ ਮੈਂ ਸੰਤੁਸ਼ਟ ਨਹੀਂ ਹੋਈ। ਉਸ ਨੇ ਕਿਹਾ ਕਿ ਅਰੁਣ ਤਾਂ ਬਹੁਤ ਹੀ ਸ਼ਾਂਤ ਸੁਭਾਅ ਦਾ ਬੱਚਾ ਹੈ, ਉਹ ਕਿਸੇ ਨਾਲ ਖਾਸ ਦੋਸਤੀ ਨਹੀਂ ਰੱਖਦਾ ਅਤੇ ਪਿਛਲੇ 2 ਸਾਲਾਂ ਤੋਂ ਤਾਂ ਉਹ ਹਮੇਸ਼ਾ ਇਕੱਲਾ ਹੀ ਰਹਿੰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਹਸਮੁਖ ਸੀ, ਸਭ ਦੇ ਨਾਲ ਦੋਸਤੀ ਕਰਦਾ ਸੀ। ਮੈਂ ਚੁੱਪਚਾਪ ਘਰ ਵਾਪਸ ਆ ਗਈ ਸੀ। ਮੇਰੇ ਮਨ ਦੇ ਵਿੱਚ ਇੱਕ ਹੀ ਗੱਲ ਸੀ ਕਿ ਮੈਂ ਹੁਣ ਅਰੁਣ ਨੂੰ ਰੰਗੇ ਹੱਥੀਂ ਫੜਾਂਗੀ। ਜਦੋਂ ਵੀ ਉਹ ਕੁਝ ਗਲਤ ਕਰੇਗਾ ਮੈਂ ਉਸ ਦੀਆਂ ਹਰਕਤਾਂ ਤੇ ਨਜ਼ਰ ਰੱਖਾਂਗੀ। ਹੌਲੀ-ਹੌਲੀ ਮੈਂ ਮਹਿਸੂਸ ਕੀਤਾ ਸੀ ਕਿ ਅਰੁਣ ਮੈਨੂੰ ਕਦੇ ਲੁੱਕ ਕੇ ਦੇਖਦਾ, ਕਦੇ ਉਹ ਮੇਰੇ ਕਮਰੇ ਦੇ ਵਿੱਚ ਆਉਂਦਾ ਅਤੇ ਅਲਮਾਰੀ ਖੋਲ ਕੇ ਖੜਾ ਹੋ ਜਾਂਦਾ। ਜਦੋਂ ਮੈਂ ਪਿੱਛੇ ਤੋਂ ਆਵਾਜ਼ਾਂ ਮਾਰਦੀ ਤਾਂ ਉਹ ਘਬਰਾ ਕੇ ਬਹਾਨਾ ਬਣਾ ਦਿੰਦਾ ਕਿ ਮੰਮਾ ਮੈਂ ਕੁਝ ਲੱਭ ਰਿਹਾ ਸੀ। ਮੈਂ ਉਸ ਦਾ ਮੋਬਾਈਲ ਵੀ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਮੋਬਾਈਲ ਦੀ ਮੈਂ ਆਪਣੇ ਹੱਥਾਂ ਦੇ ਨਾਲ ਸੈਟਿੰਗ ਕੀਤੀ ਸੀ ਤਾਂ ਕਿ ਕੋਈ ਗਲਤ ਚੀਜ਼ ਉਸ ਦੇ ਤੱਕ ਨਾ ਪਹੁੰਚੇ। ਪਰ ਫਿਰ ਵੀ ਮੈਂ ਉਸ ਦੀ YouTube ਅਤੇ Google ਹਿਸਟਰੀ ਚੈੱਕ ਕਰਦੀ ਰਹਿੰਦੀ। ਉਸ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਜੋ ਮੈਨੂੰ ਕੁਝ ਗਲਤ ਹੋਣ ਦਾ ਇਸ਼ਾਰਾ ਕਰਦਾ। ਇੱਕ ਦਿਨ ਮੈਂ ਜਦੋਂ ਨਹਾ ਕੇ ਨਿਕਲੀ ਤਾਂ ਮੈਂ ਆਪਣੇ ਧੋਣ ਵਾਲੇ ਕੱਪੜੇ ਇੱਕ ਟੋਕਰੀ ਦੇ ਵਿੱਚ ਰੱਖ ਦਿੱਤੇ ਅਤੇ ਮੈਂ ਪਰਦੇ ਦੇ ਪਿੱਛੇ ਜਾ ਕੇ ਖੜੀ ਹੋ ਗਈ ਅਤੇ ਲੁੱਕ ਕੇ ਦੇਖਣ ਲੱਗੀ। ਮੈਂ ਦੇਖਣਾ ਚਾਹੁੰਦੀ ਸੀ ਕਿ ਆਖਰਕਾਰ ਮੇਰੇ ਕੱਪੜੇ ਗਾਇਬ ਕਿੱਥੇ ਹੁੰਦੇ ਹਨ। ਕੁਝ ਹੀ ਸਮੇਂ ਦੇ ਬਾਅਦ ਮੇਰੀਆਂ ਅੱਖਾਂ ਦੇ ਸਾਹਮਣੇ ਅਜਿਹਾ ਨਜ਼ਾਰਾ ਆਇਆ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ। ਅਰੁਣ ਆਪਣੇ ਕਮਰੇ ਦੇ ਵਿੱਚੋਂ ਨਿਕਲਿਆ ਅਤੇ ਫਿਰ ਉਸ ਟੋਕਰੀ ਦੇ ਵਿੱਚੋਂ ਕੱਪੜੇ ਚੱਕ ਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਜੋ ਕੁਝ ਵੀ ਮੇਰੀਆਂ ਅੱਖਾਂ ਨੇ ਦੇਖਿਆ ਸੀ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰਾ ਸ਼ੱਕ ਮੇਰਾ ਵਹਿਮ ਨਹੀਂ ਸੀ, ਬਲਕਿ ਹੁਣ ਮੇਰਾ ਸ਼ੱਕ ਯਕੀਨ ਦੇ ਵਿੱਚ ਬਦਲਣ ਲੱਗਿਆ ਸੀ। ਜੋ ਕੁਝ ਵੀ ਹੋ ਰਿਹਾ ਸੀ ਬਹੁਤ ਗਲਤ ਹੋ ਰਿਹਾ ਸੀ। ਮੈਂ ਥੱਕੇ ਹੋਏ ਕਦਮਾਂ ਦੇ ਨਾਲ ਆਪਣੇ ਕਮਰੇ ਦੇ ਵਿੱਚ ਜਾ ਕੇ ਬੈਠ ਗਈ। ਸ਼ਾਇਦ ਅਰੁਣ ਗਲਤ ਰਾਹ ਤੇ ਤੁਰ ਪਿਆ ਸੀ। ਇੰਨੀ ਘੱਟ ਉਮਰ ਦੇ ਵਿੱਚ ਉਸਦੇ ਦਿਮਾਗ ਦੇ ਵਿੱਚ ਅਜਿਹੀਆਂ ਗੱਲਾਂ ਆਉਣ ਲੱਗੀਆਂ ਸਨ। ਮੇਰਾ ਦਿਮਾਗ ਤਾਂ ਕੰਮ ਹੀ ਨਹੀਂ ਕਰ ਰਿਹਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅਤੇ ਫਿਰ ਮੈਂ ਉੱਚੀ ਰੋਣ ਲੱਗੀ। ਮੈਨੂੰ ਲੱਗਿਆ ਕਿ ਮੈਂ ਇੱਕ ਚੰਗੀ ਮਾਂ ਨਹੀਂ ਬਣ ਸਕੀ। ਹੁਣ ਮੈਂ ਆਪਣੇ ਪਤੀ ਅਮਿਤ ਨੂੰ ਕੀ ਜਵਾਬ ਦੇਵਾਂਗੀ। ਮੈਨੂੰ ਅਰੁਣ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਉਹ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਿਵੇਂ ਕਰ ਸਕਦਾ ਸੀ। ਜੇਕਰ ਅੱਜ ਮੈਂ ਅਰੁਣ ਨੂੰ ਸਬਕ ਨਾ ਸਿਖਾਉਂਦੀ ਤਾਂ ਫਿਰ ਅੱਗੇ ਜਾ ਕੇ ਉਸਦੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਉਸ ਦੇ ਨਾਲ ਉਹ ਮੇਰੀ ਅਤੇ ਅਮਿਤ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦਾ। ਫਿਰ ਮੈਂ ਕੁਝ ਸੋਚ ਕੇ ਅਰੁਣ ਦੇ ਕਮਰੇ ਦੇ ਵੱਲ ਵਧੀ। ਉਸ ਦਾ ਕਮਰਾ ਅੰਦਰ ਤੋਂ ਬੰਦ ਸੀ। ਮੈਂ ਦਰਵਾਜ਼ਾ ਜ਼ੋਰ ਦੀ ਖੜਕਾਉਣ ਹੀ ਵਾਲੀ ਸੀ ਕਿ ਅਚਾਨਕ ਮੇਰੇ ਦਿਮਾਗ ਦੇ ਵਿੱਚ ਖਿਆਲ ਆਇਆ। ਮੈਂ ਖਿੜਕੀ ਦੇ ਵਿੱਚੋਂ ਅੰਦਰ ਦੇਖਿਆ। ਜੋ ਮੈਂ ਅੰਦਰ ਦੇਖਿਆ ਉਸ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਸੀ। ਮੇਰਾ ਦਿਲ ਧੜਕਣਾ ਭੁੱਲ ਗਿਆ। ਇਹ ਸਭ ਕੁਝ ਤਾਂ
ਤਾਂ ਮੈਂ ਪਹਿਲਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਅਰੁਣ ਇਹ ਸਭ ਕੁਝ ਵੀ ਕਰ ਸਕਦਾ ਹੈ। ਮੇਰਾ ਦਿਮਾਗ ਚੱਲਣਾ ਬੰਦ ਹੋ ਗਿਆ ਸੀ, ਪਰ ਜਦੋਂ ਮੈਂ ਅੱਜ ਆਪਣੀਆਂ ਅੱਖਾਂ ਦੇ ਨਾਲ ਸੱਚਾਈ ਦੇਖੀ ਤਾਂ ਮੇਰਾ ਦਿਲ ਬੈਠ ਗਿਆ। ਅਰੁਣ ਇਹ ਕੀ ਕਰ ਰਿਹਾ ਸੀ? ਮੈਂ ਕੱਸ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ। ਮੈਂ ਅੱਗੇ ਕੁਝ ਹੋਰ ਦੇਖਣਾ ਨਹੀਂ ਚਾਹੁੰਦੀ ਸੀ। ਮੇਰੇ ਪੈਰਾਂ ਨੇ ਮੇਰਾ ਭਾਰ ਝੱਲਣਾ ਬੰਦ ਕਰ ਦਿੱਤਾ ਸੀ। ਅਰੁਣ ਮੇਰੇ ਕੱਪੜਿਆਂ ਦੇ ਨਾਲ ਕੋਈ ਗਲਤ ਹਰਕਤ ਨਹੀਂ ਕਰ ਰਿਹਾ ਸੀ, ਬਲਕਿ ਉਹ ਮੇਰੇ ਕੱਪੜੇ ਪਾ ਕੇ ਸ਼ੀਸ਼ੇ ਦੇ ਸਾਹਮਣੇ ਖੜਾ ਸੀ ਅਤੇ ਆਪਣੇ ਆਪ ਨੂੰ ਲੜਕੀਆਂ ਦੀ ਤਰ੍ਹਾਂ ਬਣਾ ਰਿਹਾ ਸੀ। ਕਦੇ ਉਹ ਲੜਕੀਆਂ ਦੀ ਤਰ੍ਹਾਂ ਤੁਰਨ ਲੱਗਦਾ, ਕਦੇ ਸ਼ਰਮਾਉਂਦਾ। ਇਹ ਸਭ ਕੁਝ ਕਦੋਂ ਕਿਵੇਂ ਹੋਇਆ ਮੈਨੂੰ ਨਹੀਂ ਪਤਾ ਸੀ। ਮੇਰਾ ਬੇਟਾ ਤਾਂ ਇੱਕ ਲੜਕਾ ਹੀ ਸੀ, ਫਿਰ ਉਸ ਦੇ ਅੰਦਰ ਇਹ ਬਦਲਾਵ ਕਿਵੇਂ ਆ ਗਏ? ਮੇਰਾ ਦਿਲ ਚੀਕ ਚੀਕ ਕੇ ਰੋਣ ਦਾ ਕਰ ਰਿਹਾ ਸੀ। ਮੈਨੂੰ ਪਿਛਲੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਕਿ ਮਾਂ ਤੁਹਾਡਾ ਸਰੀਰ ਬਹੁਤ ਖੂਬਸੂਰਤ ਹੈ। ਹੁਣ ਮੈਨੂੰ ਸਮਝ ਆਇਆ ਕਿ ਇਹ ਗੱਲ ਉਸਨੇ ਗਲਤ ਇਰਾਦੇ ਦੇ ਨਾਲ ਨਹੀਂ ਕਹੀ ਸੀ, ਬਲਕਿ ਉਸਨੂੰ ਲੜਕੀਆਂ ਦਾ ਸਰੀਰ ਪਸੰਦ ਸੀ। ਉਹ ਖੁਦ ਵੀ ਲੜਕੀਆਂ ਦੀ ਤਰ੍ਹਾਂ ਬਣਨਾ ਚਾਹੁੰਦਾ ਸੀ, ਇਸ ਕਰਕੇ ਉਸਨੇ ਮੇਰੀ ਤਾਰੀਫ ਕੀਤੀ ਸੀ। ਹੁਣ ਮੇਰੀ ਅਲਮਾਰੀ ਦੇ ਵਿੱਚੋਂ ਕੱਪੜਿਆਂ ਦਾ ਗਾਇਬ ਹੋਣਾ ਵੀ ਸਾਫ਼ ਹੋ ਚੁੱਕਿਆ ਸੀ। ਅਰੁਣ ਮੇਰੇ ਕੱਪੜੇ ਲਿਜਾ ਕੇ ਖੁਦ ਪਹਿਨਦਾ ਸੀ ਅਤੇ ਆਪਣੇ ਆਪ ਨੂੰ ਖੁਸ਼ ਕਰਦਾ ਸੀ। ਪਿਛਲੇ 2 ਸਾਲਾਂ ਦੇ ਵਿੱਚ ਉਸ ਦੇ ਵਿੱਚ ਇਹ ਬਦਲਾਵ ਆਉਣੇ ਸ਼ੁਰੂ ਹੋਏ ਸਨ। ਜਦੋਂ ਤੋਂ ਉਸ ਦੇ ਹਾਰਮੋਨ ਬਦਲਣ ਲੱਗੇ ਸਨ, ਮੈਂ ਥੱਕੇ ਹੋਏ ਕਦਮਾਂ ਦੇ ਨਾਲ ਆਪਣੇ ਕਮਰੇ ਦੇ ਵਿੱਚ ਆ ਕੇ ਬੈਠ ਗਈ ਅਤੇ ਪਤਾ ਨਹੀਂ ਕਿੰਨੇ ਸਮੇਂ ਤੱਕ ਰੋਂਦੀ ਰਹੀ। ਪਰ ਮੇਰਾ ਅਰੁਣ ਸਭ ਕੁਝ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਨਾਲ ਇਹ ਸਭ ਕੁਝ ਹੋ ਜਾਵੇਗਾ। ਇੱਕ ਪਲ ਦੇ ਲਈ ਮੈਨੂੰ ਗੁੱਸਾ ਵੀ ਆਇਆ। ਮੈਨੂੰ ਲੱਗਿਆ ਕਿ ਮੈਂ ਅਰੁਣ ਦੇ ਕਮਰੇ ਦੇ ਵਿੱਚ ਜਾਵਾਂ ਅਤੇ ਉਸ ਨੂੰ 2 ਥੱਪੜ ਮਾਰ ਦਿਆਂ। ਮੈਂ ਉਸ ਨੂੰ ਹੋਰ ਇਸ ਰਾਹ ਤੇ ਅੱਗੇ ਵਧਣ ਨਹੀਂ ਦਿਆਂਗੀ। ਉਹ ਅਜੇ ਇੱਕ ਬੱਚਾ ਹੈ। ਜੇਕਰ ਹੁਣੇ ਹੀ ਮੈਂ ਉਸ ਦੀਆਂ ਆਦਤਾਂ ਛੁਡਵਾ ਦਿਆਂਗੀ ਤਾਂ ਹੌਲੀ ਹੌਲੀ ਸਭ ਕੁਝ ਨਾਰਮਲ ਹੋ ਸਕਦਾ ਹੈ। ਇਹੀ ਸੋਚ ਕੇ ਮੈਂ ਬਿਸਤਰ ਤੇ ਪੈ ਗਈ। ਪੂਰੀ ਰਾਤ ਮੇਰੀ ਕੰਡਿਆਂ ਤੇ ਗੁਜ਼ਰੀ ਸੀ। ਅਰੁਣ ਦੇ ਬਾਰੇ ਸੋਚ ਕੇ ਮੇਰਾ ਦਿਲ ਫਟ ਰਿਹਾ ਸੀ। ਅਮਿਤ ਨੂੰ ਜਦੋਂ ਇਹ ਸੱਚਾਈ ਪਤਾ ਲੱਗੇਗੀ ਤਾਂ ਕੀ ਹੋਵੇਗਾ? ਸਵੇਰੇ ਨਾਸ਼ਤੇ ਦੀ ਟੇਬਲ ਤੇ ਅਰੁਣ ਇੱਕਦਮ ਨਾਰਮਲ ਬੈਠਾ ਸੀ। ਮੈਂ ਉਸਦੇ ਸਾਹਮਣੇ ਟੋਸਟ ਅਤੇ ਚਾਹ ਰੱਖੀ ਅਤੇ ਉਹ ਚੁੱਪਚਾਪ ਆਪਣਾ ਨਾਸ਼ਤਾ ਕਰਨ ਲੱਗਿਆ। ਮੈਂ ਸਖਤ ਆਵਾਜ਼ ਦੇ ਵਿੱਚ ਕਿਹਾ, ਅਰੁਣ, ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਮੇਰੇ ਹਰ ਇੱਕ ਸਵਾਲ ਦਾ ਸਹੀ ਜਵਾਬ ਦਿਓ। ਝੂਠ ਨਾ ਬੋਲਿਓ। ਮੈਂ ਤੁਹਾਡੀ ਮਾਂ ਹਾਂ। ਤੁਹਾਡੀ ਹਰ ਇੱਕ ਹਰਕਤ ਤੇ ਨਜ਼ਰ ਰੱਖਦੀ ਹਾਂ। ਮੇਰੀ ਗੱਲ ਸੁਣ ਕੇ ਅਰੁਣ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸਦੇ ਹੱਥ ਦੇ ਵਿੱਚ ਫੜਿਆ ਹੋਇਆ ਟੋਸਟ ਪਲੇਟ ਦੇ ਵਿੱਚ ਡਿੱਗ ਗਿਆ ਸੀ। ਉਸਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਆਉਣ ਲੱਗੀਆਂ। ਮੈਂ ਉਸਨੂੰ ਸ਼ਾਂਤ ਕਰਦੇ ਹੋਏ ਕਿਹਾ, ਦੇਖੋ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਮੇਰੀ ਗੱਲ ਮੰਨ ਲਓਗੇ ਤਾਂ ਮੈਨੂੰ ਸਖਤੀ ਨਹੀਂ ਕਰਨੀ ਪਵੇਗੀ, ਪਰ ਜੇਕਰ ਤੁਸੀਂ ਝੂਠ ਬੋਲਿਆ ਤਾਂ ਮੈਂ ਤੁਹਾਡੇ ਨਾਲ ਸਖਤੀ ਕਰਾਂਗੀ, ਸਮਝੇ? ਮੈਂ ਸਿੱਧੇ ਅਰੁਣ ਦੀਆਂ ਅੱਖਾਂ ਦੇ ਵਿੱਚ ਦੇਖਿਆ। ਮੈਂ ਕਿਹਾ, ਅੱਜ ਕੱਲ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਮੈਨੂੰ ਸਭ ਕੁਝ ਪਤਾ ਹੈ, ਪਰ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੀ ਹਾਂ। ਮੇਰੇ ਇੰਨਾ ਕਹਿੰਦੇ ਹੀ ਅਰੁਣ ਉੱਚੀ ਰੋਣ ਲੱਗਿਆ, ਜਿਵੇਂ ਉਹ ਹੁਣ ਖੁਦ ਵੀ ਹਾਰ ਗਿਆ ਹੋਵੇ। ਉਹ ਕਾਫੀ ਸਮੇਂ ਤੱਕ ਰੋਂਦਾ ਰਿਹਾ। ਜਦੋਂ ਉਸ ਦਾ ਦਿਲ ਹਲਕਾ ਹੋਇਆ ਤਾਂ ਉਸਨੇ ਹੰਝੂ ਪੂੰਝਦੇ ਹੋਏ ਕਿਹਾ, ਮੰਮਾ, ਮੈਨੂੰ ਬਚਪਨ ਤੋਂ ਹੀ ਲੜਕੀਆਂ ਦੀਆਂ ਚੀਜ਼ਾਂ ਪਸੰਦ ਸਨ। ਉਹਨਾਂ ਦੇ ਕੱਪੜੇ ਪਾਉਣ ਦਾ ਮਨ ਕਰਦਾ, ਉਹਨਾਂ ਦੀ ਤਰ੍ਹਾਂ ਮੇਕਅਪ ਕਰਨ ਦਾ ਮਨ ਕਰਦਾ, ਪਰ ਮੈਂ ਹਮੇਸ਼ਾ ਡਰਦਾ ਸੀ ਕਿ ਲੋਕ ਮੇਰਾ ਮਜ਼ਾਕ ਉਡਾਉਣਗੇ। ਇਸ ਕਰਕੇ ਮੈਂ ਲੜਕੀਆਂ ਦੀ ਚੀਜ਼ਾਂ ਤੋਂ ਦੂਰ ਰਹਿੰਦਾ, ਪਰ ਅੰਦਰ ਹੀ ਅੰਦਰ ਮੇਰੀ ਇਹ ਇੱਛਾ ਵੱਧਦੀ ਗਈ। ਉਹ ਰੋਕ ਕੇ ਬੋਲ ਰਿਹਾ ਸੀ। ਉਸ ਦੀ ਹਰ ਇੱਕ ਗੱਲ ਮੇਰੇ ਦਿਲ ਨੂੰ ਚੀਰ ਰਹੀ ਸੀ, ਪਰ ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗਿਆ ਕਿ ਜਦੋਂ ਮੇਰੇ ਦੋਸਤ ਲੜਕੀਆਂ ਦੇ ਨਾਲ ਦੋਸਤੀ ਕਰਨ ਲੱਗੇ ਤਾਂ ਮੈਂ ਵੀ ਕੋਸ਼ਿਸ਼ ਕੀਤੀ, ਪਰ ਮੈਨੂੰ ਇਸ ਦੇ ਵਿੱਚ ਕੋਈ ਖੁਸ਼ੀ ਨਹੀਂ ਮਿਲੀ। ਮੈਨੂੰ ਲੜਕੀਆਂ ਦੀ ਤਰ੍ਹਾਂ ਮਹਿਸੂਸ ਕਰਨ ਦੇ ਵਿੱਚ ਹੀ ਸਕੂਨ ਮਿਲਦਾ ਸੀ। ਮੈਨੂੰ ਲੜਕਿਆਂ ਦੇ ਨਾਲ ਦੋਸਤੀ ਕਰਨ ਦੇ ਵਿੱਚ ਖੁਸ਼ੀ ਮਿਲਦੀ ਸੀ। ਹੌਲੀ ਹੌਲੀ ਮੈਨੂੰ ਲੱਗਿਆ ਕਿ ਮੈਂ ਲੜਕਾ ਹੋ ਕੇ ਵੀ ਲੜਕੀਆਂ ਦੀ ਤਰ੍ਹਾਂ ਮਹਿਸੂਸ ਕਰਦਾ ਹਾਂ। ਜਦੋਂ ਮੈਂ ਇਕੱਲੇ ਦੇ ਵਿੱਚ ਤੁਹਾਡੇ ਕੱਪੜੇ ਪਾਉਂਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਮੇਰੇ ਮਨ ਦੇ ਵਿੱਚ ਵੀ ਇਹ ਇੱਛਾ ਜਾਗਦੀ ਹੈ ਕਿ ਮੈਂ ਵੀ ਤੁਹਾਡੀ ਤਰ੍ਹਾਂ ਦਿਖਾਂ। ਅਰੁਣ ਦੀਆਂ ਗੱਲਾਂ ਮੇਰੇ ਦਿਲ ਤੇ ਭਾਰੀ ਪੈ ਰਹੀਆਂ ਸਨ। ਮੈਂ ਸੋਚਿਆ ਸੀ ਕਿ ਮੈਂ ਉਸ ਨੂੰ ਝਿੜਕਾਂਗੀ, ਉਸ ਨੂੰ ਸਹੀ ਰਸਤੇ ਤੇ ਲੈ ਕੇ ਆਉਣ ਦੇ ਲਈ ਸਖਤੀ ਦਿਖਾਵਾਂਗੀ, ਪਰ ਉਸ ਦੀ ਸੱਚਾਈ ਸੁਣ ਕੇ ਮੇਰਾ ਸਾਰਾ ਗੁੱਸਾ ਅਤੇ ਮੇਰੇ ਸਾਰੇ ਇਰਾਦੇ ਢੇਰੀ ਹੋ ਗਏ। ਮੈਂ ਉਸ ਦੀਆਂ ਅੱਖਾਂ ਦੇ ਵਿੱਚ ਝਾਕ ਕੇ ਦੇਖਿਆ। ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ ਅਤੇ ਚੁੱਪਚਾਪ ਉੱਠ ਕੇ ਆਪਣੇ ਕਮਰੇ ਦੇ ਵਿੱਚ ਆ ਗਈ। ਅਰੁਣ ਪਿੱਛੇ ਤੋਂ ਮੈਨੂੰ ਆਵਾਜ਼ਾਂ ਮਾਰਦਾ ਰਿਹਾ, ਪਰ ਮੈਂ ਉਸ ਦੀ ਆਵਾਜ਼ ਅਣਸੁਣੀ ਕਰ ਦਿੱਤੀ। 2 ਦਿਨਾਂ ਤੱਕ ਮੈਂ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਹੀਂ ਨਿਕਲੀ। ਮੇਰੀ ਦੁਨੀਆ ਜਿਵੇਂ ਖਤਮ ਹੋ ਚੁੱਕੀ ਸੀ। ਮੇਰਾ ਬੇਟਾ ਅਰੁਣ ਮੈਨੂੰ ਉਹ ਨਹੀਂ ਲੱਗਦਾ ਸੀ ਜਿਸ ਨੂੰ ਮੈਂ 15 ਸਾਲਾਂ ਤੋਂ ਪਾਲਿਆ ਸੀ। ਮੈਂ ਮਾਂ ਹੋ ਕੇ ਵੀ ਉਸ ਨੂੰ ਪਹਿਚਾਣ ਨਹੀਂ ਸਕੀ। ਮੈਨੂੰ ਜ਼ਿਆਦਾ ਦੁੱਖ ਇਸ ਗੱਲ ਦਾ ਨਹੀਂ ਸੀ ਕਿ ਅਰੁਣ ਦੇ ਅੰਦਰ ਗਲਤ ਖਵਾਇਸ਼ਾਂ ਪੈਦਾ ਹੋਣ ਲੱਗੀਆਂ ਸਨ, ਉਸ ਦੇ ਜੀਨ ਬਦਲਣ ਲੱਗੇ ਸਨ, ਬਲਕਿ ਮੈਨੂੰ ਦੁੱਖ ਇਸ ਗੱਲ ਦਾ ਸੀ
ਕਿ ਮੈਂ ਇੱਕ ਚੰਗੀ ਮਾਂ ਨਹੀਂ ਬਣ ਸਕੀ। ਅਰੁਣ ਆਪਣੇ ਅੰਦਰ ਇੰਨੇ ਸਾਰੇ ਦੁੱਖ ਦੱਬੀ ਬੈਠਾ ਰਿਹਾ ਅਤੇ ਇਹਨਾਂ ਸਾਲਾਂ ਤੋਂ ਅੰਦਰ ਹੀ ਅੰਦਰ ਘੁੱਟਦਾ ਰਿਹਾ ਅਤੇ ਮੈਨੂੰ ਕਦੇ ਉਸ ਦਾ ਦਰਦ ਮਹਿਸੂਸ ਨਹੀਂ ਹੋਇਆ। ਮੈਂ ਕਿਸ ਤਰ੍ਹਾਂ ਦੀ ਮਾਂ ਹਾਂ ਜੋ ਆਪਣੇ ਬੱਚੇ ਦੇ ਦੁੱਖ ਨੂੰ ਮਹਿਸੂਸ ਨਾ ਕਰ ਸਕੀ। 2 ਦਿਨਾਂ ਤੱਕ ਮੈਂ ਰੋਂਦੀ ਰਹੀ, ਤੜਫਦੀ ਰਹੀ, ਆਪਣੇ ਆਪ ਨੂੰ ਕੋਸਦੀ ਰਹੀ। ਪਰ ਤੀਜੀ ਸਵੇਰ ਮੈਂ ਇੱਕ ਨਵੇਂ ਇਰਾਦੇ ਦੇ ਨਾਲ ਉੱਠੀ। ਮੈਂ ਇਰਾਦਾ ਪੱਕਾ ਕਰ ਲਿਆ ਸੀ ਕਿ ਹੁਣ ਮੈਂ ਕੀ ਕਰਨਾ ਹੈ। ਜਦੋਂ ਮੈਂ ਪੂਰੇ 2 ਦਿਨਾਂ ਬਾਅਦ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਨੂੰ ਦੇਖਦੇ ਹੀ ਅਰੁਣ ਦੀਆਂ ਅੱਖਾਂ ਦੇ ਵਿੱਚ ਇੱਕ ਚਮਕ ਜਿਹੀ ਆ ਗਈ ਸੀ। ਉਸ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖ ਰਹੀ ਸੀ, ਜਿਵੇਂ ਉਹ ਮੇਰੇ ਹੀ ਇੰਤਜ਼ਾਰ ਦੇ ਵਿੱਚ ਸੀ। ਅਗਲੇ ਹੀ ਪਲ ਅਰੁਣ ਨਜ਼ਰਾਂ ਝੁਕਾ ਗਿਆ ਸੀ। ਮੈਂ ਉਸ ਨੂੰ ਇਸ਼ਾਰੇ ਦੇ ਨਾਲ ਆਪਣੇ ਕੋਲ ਬੁਲਾਇਆ ਅਤੇ ਉਹ ਚੁੱਪਚਾਪ ਮੇਰੇ ਕੋਲ ਸੋਫੇ ਤੇ ਆ ਕੇ ਬੈਠ ਗਿਆ। ਮੈਂ ਉਸ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਲੈ ਕੇ ਕਿਹਾ, ਬੇਟਾ ਮੈਨੂੰ ਮਾਫ਼ ਕਰ ਦਿਓ, ਮੈਂ ਇੱਕ ਚੰਗੀ ਮਾਂ ਸਾਬਿਤ ਨਹੀਂ ਹੋ ਸਕੀ। ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਣ ਦੇ ਵਿੱਚ ਅਸਫਲ ਰਹੀ। ਜੋ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਹੈ ਇਸ ਦੇ ਵਿੱਚ ਤੁਹਾਡੀ ਗਲਤੀ ਨਹੀਂ ਹੈ। ਇਹ ਸਭ ਕੁਝ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ। ਤੁਸੀਂ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੇ। ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੀ ਮਾਂ ਹਮੇਸ਼ਾ ਤੁਹਾਡੇ ਨਾਲ ਖੜੀ ਹੈ। ਹੁਣ ਤੁਸੀਂ ਖੁੱਲ੍ਹ ਕੇ ਸਾਹ ਲਓਗੇ ਅਤੇ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਗੇ। ਜ਼ਿੰਦਗੀ ਬਹੁਤ ਵੱਡੀ ਹੁੰਦੀ ਹੈ ਬੇਟਾ, ਇਸ ਨੂੰ ਘੁੱਟ-ਘੁੱਟ ਕੇ ਨਹੀਂ ਬਿਤਾਇਆ ਜਾ ਸਕਦਾ। ਇਹ ਕੋਈ 1-2 ਸਾਲ ਦਾ ਸਵਾਲ ਨਹੀਂ ਹੈ, ਪੂਰੀ ਜ਼ਿੰਦਗੀ ਦਾ ਸਵਾਲ ਹੈ। ਮੇਰੀਆਂ ਗੱਲਾਂ ਨੇ ਜਿਵੇਂ ਅਰੁਣ ਦੇ ਦਿਲ ਦਾ ਬੋਝ ਹਲਕਾ ਕਰ ਦਿੱਤਾ ਸੀ। ਉਹ ਮੇਰੀ ਗੋਦੀ ਦੇ ਵਿੱਚ ਸਿਰ ਰੱਖ ਕੇ ਪੈ ਗਿਆ। ਮੈਂ ਹੌਲੀ-ਹੌਲੀ ਉਸ ਦੇ ਬਾਲਾਂ ਦੇ ਵਿੱਚ ਹੱਥ ਫੇਰਦੀ ਰਹੀ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਕੇ ਮੇਰੇ ਗੱਲਾਂ ਤੇ ਆ ਗਏ ਸਨ, ਜਿਨ੍ਹਾਂ ਨੂੰ ਮੈਂ ਜਲਦੀ ਨਾਲ ਸਾਫ਼ ਕਰ ਲਿਆ ਸੀ। ਅਤੇ ਫਿਰ ਮੈਂ ਜਲਦੀ ਨਾਲ ਅਮਿਤ ਨੂੰ ਫੋਨ ਕੀਤਾ ਕਿ ਮੈਨੂੰ ਇਸ ਮਹੀਨੇ ਕੁਝ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਕਿ ਤੁਸੀਂ ਭੇਜ ਦਿਓਗੇ। ਉਸਨੇ ਕਿਹਾ, ਕਿੰਨੇ ਪੈਸੇ ਅਤੇ ਕਿਉਂ ਚਾਹੀਦੇ ਹਨ? ਮੈਂ ਕਿਹਾ, ਜਦੋਂ ਤੁਸੀਂ ਆਓਗੇ ਤਾਂ ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗੀ। ਉਹਨਾਂ ਨੇ ਬਿਨਾਂ ਸਵਾਲ ਕੀਤੇ ਮੈਨੂੰ ਪੈਸੇ ਭੇਜ ਦਿੱਤੇ। ਮੈਂ ਉਸ ਦਿਨ ਹੀ ਇੰਟਰਨੈਟ ਤੇ ਇੱਕ ਚੰਗੇ ਡਾਕਟਰ ਦਾ ਪਤਾ ਲਗਾਇਆ ਅਤੇ ਅਰੁਣ ਨੂੰ ਲੈ ਕੇ ਉੱਥੇ ਪਹੁੰਚ ਗਈ। ਡਾਕਟਰ ਨੇ ਅਰੁਣ ਦੀ ਸਥਿਤੀ ਨੂੰ ਜਾਂਚਿਆ ਅਤੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਤੁਹਾਡਾ ਬੱਚਾ ਖੁੱਲ੍ਹ ਕੇ ਜੀ ਸਕੇਗਾ ਆਪਣੇ ਮਨਚਾਹੇ ਸਰੀਰ ਦੇ ਵਿੱਚ। ਤੁਹਾਨੂੰ ਡਰਨ ਜਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਬਲਕਿ ਤੁਹਾਨੂੰ ਇਸ ਗੱਲ ਦੇ ਲਈ ਖੁਸ਼ ਹੋਣਾ ਚਾਹੀਦਾ ਹੈ। ਫਿਰ ਤੁਸੀਂ ਆਪਣੇ ਬੱਚੇ ਦਾ ਸਾਥ ਦੇ ਰਹੇ ਹੋ, ਨਹੀਂ ਤਾਂ ਪਤਾ ਨਹੀਂ ਕਿੰਨੇ ਅਜੇ ਬੱਚੇ ਹਨ ਜੋ ਇਸ ਹਾਲਤ ਦੇ ਵਿੱਚ ਘੁੱਟ-ਘੁੱਟ ਕੇ ਜ਼ਿੰਦਗੀ ਗੁਜ਼ਾਰ ਰਹੇ ਹਨ। ਇਹ ਕੋਈ ਗਲਤ ਗੱਲ ਨਹੀਂ ਹੈ, ਇਹ ਤਾਂ ਸਭ ਕੁਝ ਕੁਦਰਤੀ ਹੁੰਦਾ ਹੈ। ਇਨਸਾਨ ਦਾ ਇਸ ਦੇ ਵਿੱਚ ਬਸ ਨਹੀਂ ਹੁੰਦਾ। ਬਹੁਤ ਸਾਰੇ ਲੋਕ ਸਮਾਜ ਦੇ ਨਾਲ ਲੜ ਕੇ, ਘਰ ਵਾਲਿਆਂ ਦੇ ਨਾਲ ਲੜ ਕੇ ਇੱਥੇ ਇਲਾਜ ਕਰਾਉਣ ਦੇ ਲਈ ਅਤੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜਿਉਂਦੇ ਹਨ। ਇਲਾਜ ਲੰਬਾ ਸੀ ਅਤੇ ਖਰਚ ਵੀ ਬਹੁਤ ਹੋ ਰਿਹਾ ਸੀ, ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ, ਬਲਕਿ ਮੈਨੂੰ ਖੁਸ਼ੀ ਸੀ ਕਿ ਹੁਣ ਅਰੁਣ ਆਪਣੀ ਮਰਜ਼ੀ ਦੇ ਨਾਲ ਜਿਉ ਸਕੇਗਾ। ਸਮਾਂ ਬੀਤਣ ਦੇ ਨਾਲ ਅਰੁਣ ਪੂਰੀ ਤਰ੍ਹਾਂ ਇੱਕ ਲੜਕੀ ਦੇ ਵਿੱਚ ਬਦਲ ਚੁੱਕਿਆ ਸੀ। ਹੁਣ ਉਸ ਦੀ ਉਮਰ 17 ਸਾਲ ਸੀ ਅਤੇ ਉਹ ਇੰਨੀ ਪਿਆਰੀ ਅਤੇ ਖੂਬਸੂਰਤ ਲੱਗ ਰਹੀ ਸੀ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਮੈਂ ਪਿਆਰ ਦੇ ਨਾਲ ਉਸ ਦਾ ਨਾਮ ਅਵਨੀਤਾ ਰੱਖਿਆ। ਉਸ ਦੇ ਮੱਥੇ ਨੂੰ ਚੁੰਮਦੇ ਹੋਏ ਮੈਂ ਉਸ ਨੂੰ ਆਸ਼ੀਰਵਾਦ ਦਿੱਤਾ। ਉਸ ਨੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਭਰ ਦਿੱਤੇ। ਕਹਿਣ ਲੱਗਿਆ, ਮੰਮਾ ਜੇਕਰ ਤੁਸੀਂ ਨਾ ਹੁੰਦੇ ਤਾਂ ਮੈਂ ਘੁੱਟ-ਘੁੱਟ ਕੇ ਮਰ ਜਾਂਦਾ। ਅਸਲ ਮੁਸ਼ਕਲ ਉਦੋਂ ਆਈ ਜਦੋਂ ਅਮਿਤ, ਜੋ ਪਿਛਲੇ 2 ਸਾਲਾਂ ਤੋਂ ਘਰ ਨਹੀਂ ਆਇਆ ਸੀ, ਹੁਣ ਆਉਣ ਵਾਲੇ ਸਨ। ਅਵਨੀਤਾ ਥੋੜੀ ਡਰੀ ਹੋਈ ਸੀ, ਪਰ ਮੈਂ ਉਸ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ, ਮੈਂ ਸਭ ਕੁਝ ਸੰਭਾਲ ਲਵਾਂਗੀ। ਜਦੋਂ ਅਮਿਤ ਘਰ ਆਇਆ ਤਾਂ ਉਸਨੇ ਅਰੁਣ ਨੂੰ ਹਰ ਇੱਕ ਜਗ੍ਹਾ ਤੇ ਲੱਭਿਆ। ਮੈਂ ਅਵਨੀਤਾ ਨੂੰ ਆਵਾਜ਼ ਮਾਰੀ ਅਤੇ ਉਹ ਸਾਹਮਣੇ ਆ ਕੇ ਬੈਠ ਗਈ। ਅਮਿਤ ਨੇ ਉਸ ਨੂੰ ਦੇਖਿਆ ਅਤੇ ਫਿਰ ਹੈਰਾਨ ਹੋ ਕੇ ਮੈਨੂੰ ਦੇਖਣ ਲੱਗੇ। ਇਹ ਕੌਣ ਹੈ? ਉਹਨਾਂ ਨੇ ਹੈਰਾਨਗੀ ਦੇ ਨਾਲ ਮੈਨੂੰ ਪੁੱਛਿਆ, ਕਿਉਂਕਿ ਅਵਨੀਤਾ ਦੀ ਸ਼ਕਲ ਅਜੇ ਵੀ ਕੁਝ ਅਰੁਣ ਦੇ ਨਾਲ ਮਿਲਦੀ ਸੀ। ਮੈਂ ਕਿਹਾ, ਇਹ ਸਾਡੀ ਬੇਟੀ ਅਵਨੀਤਾ ਹੈ। ਮੇਰੀ ਗੱਲ ਸੁਣਦੇ ਹੀ ਅਮਿਤ ਨੇ ਮੈਨੂੰ ਅਵਿਸ਼ਵਾਸ ਦੇ ਨਾਲ ਦੇਖਿਆ, ਜਿਵੇਂ ਉਹਨਾਂ ਨੂੰ ਮੇਰੀ ਦਿਮਾਗੀ ਹਾਲਤ ਤੇ ਸ਼ੱਕ ਹੋਵੇ। ਮੈਂ ਅਵਨੀਤਾ ਨੂੰ ਇਸ਼ਾਰੇ ਦੇ ਨਾਲ ਉਸ ਨੂੰ ਉਸ ਦੇ ਕਮਰੇ ਦੇ ਵਿੱਚ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਅਮਿਤ ਨੂੰ ਹੌਲੀ-ਹੌਲੀ ਪੂਰੀ ਕਹਾਣੀ ਦੱਸੀ। ਪਹਿਲਾਂ ਤਾਂ ਅਮਿਤ ਬਹੁਤ ਗੁੱਸਾ ਹੋਇਆ, ਚੀਕਣ ਲੱਗਿਆ, ਕਹਿਣ ਲੱਗੇ, ਤੁਸੀਂ ਪਾਗਲ ਹੋ ਗਏ ਹੋ ਕਿ ਲੋਕ ਸਾਡਾ ਮਜ਼ਾਕ ਬਣਾਉਣਗੇ। ਤੁਹਾਨੂੰ ਇਸ ਨੂੰ ਰੋਕਣਾ ਚਾਹੀਦਾ ਸੀ, ਗੁੱਸਾ ਦਿਖਾਉਣਾ ਚਾਹੀਦਾ ਸੀ। ਜੇਕਰ ਤੁਹਾਡੇ ਗੁੱਸੇ ਦੇ ਨਾਲ ਗੱਲ ਨਾ ਬਣਦੀ ਤਾਂ ਮੈਨੂੰ ਫੋਨ ਕਰਦੀ, ਤਾਂ ਮੈਂ ਇਸ ਨੂੰ ਆ ਕੇ 1 ਮਿੰਟ ਦੇ ਵਿੱਚ ਸਿੱਧਾ ਕਰ ਦਿੰਦਾ। ਇਹ ਤੁਸੀਂ ਕੀ ਕਰ ਦਿੱਤਾ ਵਿਸ਼ਾਖਾ? ਤੁਸੀਂ ਮੈਨੂੰ ਸਾਰਿਆਂ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਕਰਕੇ ਰੱਖ ਦਿੱਤਾ। ਹੁਣ ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ? ਅਮਿਤ ਨੇ ਆਪਣਾ ਸਿਰ ਆਪਣੇ ਹੱਥਾਂ ਦੇ ਵਿੱਚ ਫੜ ਲਿਆ ਸੀ। ਮੈਨੂੰ ਪਤਾ ਸੀ ਅਮਿਤ ਦਾ ਇਹੀ ਰਿਐਕਸ਼ਨ ਹੋਵੇਗਾ। ਮੈਂ ਹੌਲੀ ਜਿਹੀ ਕਿਹਾ, ਅਮਿਤ, ਕੀ ਤੁਹਾਨੂੰ ਲੋਕਾਂ ਦੀ ਪਰਵਾਹ ਹੈ ਜਾਂ ਫਿਰ ਆਪਣੀ ਔਲਾਦ ਦੀ ਖੁਸ਼ੀ ਦੀ? ਸੋਚੋ ਅਮਿਤ, ਮੈਂ ਤੁਹਾਨੂੰ ਫੋਨ ਕਰਦੀ, ਤੁਸੀਂ ਉਸ ਨੂੰ ਝਿੜਕਦੇ, ਮਾਰਦੇ, ਕੁੱਟਦੇ ਅਤੇ ਮਜਬੂਰ ਹੋ ਕੇ ਅਰੁਣ ਆਪਣੇ ਆਪ ਨੂੰ
ਕੰਪਰੋਮਾਈਜ਼ ਕਰ ਲੈਂਦਾ, ਪਰ ਉਹ ਅੰਦਰ ਹੀ ਅੰਦਰ ਘੁੱਟਦਾ ਰਹਿੰਦਾ। ਜ਼ਿੰਦਗੀ ਦੇ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦਾ। ਮਾਂ-ਬਾਪ ਹਮੇਸ਼ਾ ਔਲਾਦ ਦੇ ਨਾਲ ਨਹੀਂ ਰਹਿੰਦੇ। ਸਾਡੇ ਜਾਣ ਤੋਂ ਬਾਅਦ ਸਾਡਾ ਅਰੁਣ ਇਕੱਲਾ ਰਹਿ ਜਾਂਦਾ। ਸਾਨੂੰ ਆਪਣੇ ਬੱਚਿਆਂ ਦੀ ਖੁਸ਼ੀ ਦੇ ਬਾਰੇ ਸੋਚਣਾ ਚਾਹੀਦਾ ਹੈ, ਨਾ ਕਿ ਲੋਕਾਂ ਦੀਆਂ ਗੱਲਾਂ ਦੇ ਬਾਰੇ। ਮਹਿਸੂਸ ਕਰਕੇ ਦੇਖੋ ਅਮਿਤ, ਮੈਂ ਵੀ ਤੁਹਾਡੀ ਤਰ੍ਹਾਂ ਟੁੱਟ ਗਈ ਸੀ ਜਦੋਂ ਮੈਨੂੰ ਇਹ ਸੱਚਾਈ ਪਤਾ ਲੱਗੀ ਸੀ, ਪਰ ਮੈਂ ਆਪਣੇ ਆਪ ਨੂੰ ਹਾਲਾਤਾਂ ਦੇ ਲਈ ਤਿਆਰ ਕੀਤਾ ਅਤੇ ਅੱਜ ਮੈਂ ਬਹੁਤ ਖੁਸ਼ ਹਾਂ, ਸੰਤੁਸ਼ਟ ਵੀ ਹਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਉਸ ਨੂੰ ਖੁੱਲ੍ਹ ਕੇ ਸਾਹ ਲੈਣ ਦੀ ਆਜ਼ਾਦੀ ਦਿੱਤੀ ਹੈ। ਤੁਸੀਂ ਵੀ ਹਾਲਾਤਾਂ ਦੇ ਨਾਲ ਸਮਝੌਤਾ ਕਰੋ, ਤੁਹਾਨੂੰ ਵੀ ਖੁਸ਼ੀ ਮਿਲੇਗੀ। ਹੌਲੀ ਹੌਲੀ ਮੇਰੀਆਂ ਗੱਲਾਂ ਨੇ ਉਸ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਕੁਝ ਸਮੇਂ ਬਾਅਦ ਅਮਿਤ ਨੇ ਅਵਨੀਤਾ ਨੂੰ ਆਪਣੀ ਬੇਟੀ ਦੇ ਰੂਪ ਦੇ ਵਿੱਚ ਸਵੀਕਾਰ ਕਰ ਲਿਆ। ਅਸੀਂ ਆਪਣਾ ਪੁਰਾਣਾ ਮਕਾਨ ਵੇਚ ਕੇ ਦੂਜੇ ਸ਼ਹਿਰ ਦੇ ਵਿੱਚ ਇੱਕ ਨਵਾਂ ਮਕਾਨ ਖਰੀਦ ਲਿਆ। ਅਮਿਤ ਨੇ ਆਪਣਾ ਨਵਾਂ ਬਿਜ਼ਨਸ ਸ਼ੁਰੂ ਕੀਤਾ। ਹੌਲੀ ਹੌਲੀ ਅਮਿਤ ਦਾ ਬਿਜ਼ਨਸ ਚਮਕਣ ਲੱਗਿਆ ਸੀ ਅਤੇ ਸਮੇਂ ਦੇ ਨਾਲ ਨਾਲ ਬਾਪ ਬੇਟੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ। ਹੁਣ 7 ਸਾਲ ਹੋ ਗਏ ਹਨ। ਹੁਣ ਅਵਨੀਤਾ 23 ਸਾਲ ਦੀ ਹੋ ਚੁੱਕੀ ਹੈ। ਡਾਕਟਰ ਨੇ ਕਿਹਾ ਹੈ ਕਿ ਉਹ ਵਿਆਹ ਵੀ ਕਰ ਸਕਦੀ ਹੈ ਅਤੇ ਆਪਣੇ ਪਤੀ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਵੀ ਬਣਾ ਸਕਦੀ ਹੈ, ਪਰ ਮਾਂ ਨਹੀਂ ਬਣ ਸਕਦੀ। ਮੈਂ ਅਵਨੀਤਾ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਜੋ ਮੇਰੀ ਅਵਨੀਤਾ ਨੂੰ ਉਸ ਦੀ ਸੱਚਾਈ ਦੇ ਨਾਲ ਸਵੀਕਾਰ ਕਰ ਸਕੇ ਅਤੇ ਉਸ ਨੂੰ ਆਪਣੀ ਪਤਨੀ ਬਣਾ ਲਵੇ। ਅਤੇ ਫਿਰ ਮੈਨੂੰ ਇਸ ਤਰ੍ਹਾਂ ਦਾ ਇੱਕ ਰਿਸ਼ਤਾ ਮਿਲ ਹੀ ਗਿਆ। ਬਿਹਾਨ ਨਾਮ ਦਾ ਇੱਕ ਲੜਕਾ, ਜਿਸ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਸੀ ਅਤੇ ਉਸ ਦੀ ਇੱਕ 3 ਮਹੀਨਿਆਂ ਦੀ ਬੱਚੀ ਸੀ। ਉਹ ਅਵਨੀਤਾ ਨਾਲ ਵਿਆਹ ਕਰਨ ਦੇ ਲਈ ਤਿਆਰ ਸੀ। ਮੈਂ ਬਿਹਾਨ ਨੂੰ ਸਹੀ ਸੱਚਾਈ ਦੱਸ ਦਿੱਤੀ ਅਤੇ ਉਸ ਨੂੰ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਉਸ ਨੂੰ ਆਪਣੀ ਬੱਚੀ ਦੇ ਲਈ ਇੱਕ ਅਜਿਹੀ ਮਾਂ ਦੀ ਜ਼ਰੂਰਤ ਸੀ ਜੋ ਉਸ ਨੂੰ ਹਮੇਸ਼ਾ ਸਕੀ ਮਾਂ ਦਾ ਪਿਆਰ ਦੇਵੇ। ਮੈਂ ਖੁਸ਼ੀ-ਖੁਸ਼ੀ ਅਵਨੀਤਾ ਦਾ ਵਿਆਹ ਬਿਹਾਨ ਦੇ ਨਾਲ ਕਰ ਦਿੱਤਾ। ਮੈਨੂੰ ਡਰ ਸੀ ਕਿ ਅਵਨੀਤਾ ਵਿਆਹੁਤਾ ਜ਼ਿੰਦਗੀ ਕਿਵੇਂ ਗੁਜ਼ਾਰ ਸਕੇਗੀ, ਪਰ ਹੌਲੀ-ਹੌਲੀ ਉਹ ਉਸ ਘਰ ਦੇ ਵਿੱਚ ਘੁਲ ਮਿਲ ਗਈ। ਬਿਹਾਨ ਵੀ ਹੁਣ ਉਸ ਨੂੰ ਆਪਣੀ ਪਤਨੀ ਮੰਨ ਚੁੱਕਿਆ ਸੀ। ਹੁਣ ਉਹ ਇੱਕ ਖੁਸ਼ਹਾਲ ਜੀਵਨ ਜਿਉ ਰਹੇ ਸਨ। ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਅਤੇ ਆਪਣੀ ਬੇਟੀ ਦੀ ਜ਼ਿੰਦਗੀ ਬਚਾ ਲਈ। ਮੇਰੇ ਪਤੀ ਵੀ ਮੇਰੇ ਇਸ ਫੈਸਲੇ ਦਾ ਸਨਮਾਨ ਕਰਦੇ ਹਨ। ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਤਾ-ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਸ਼ਰਤ ਦੇ ਪਿਆਰ ਕਰਨ, ਉਹਨਾਂ ਦੀਆਂ ਭਾਵਨਾਵਾਂ ਸਮਝਣ ਅਤੇ ਬਿਨਾਂ ਕਿਸੇ ਬਦਨਾਮੀ ਦੇ ਡਰ ਦੇ ਕਾਰਨ ਉਹਨਾਂ ਦੇ ਨਾਲ ਖੜੇ ਰਹਿਣ। ਨਾਲ ਹੀ ਮੇਰੀ ਇਹ ਕਹਾਣੀ ਸਮਾਜ ਦੇ ਬਦਲਦੇ ਹੋਏ ਨਜ਼ਰੀਏ ਨੂੰ ਵੀ ਦਰਸਾਉਂਦੀ ਹੈ, ਜਿੱਥੇ ਲੋਕ ਆਪਣੀ ਪਹਿਚਾਣ ਦੇ ਨਾਲ ਖੁੱਲ੍ਹ ਕੇ ਜੀ ਸਕਦੇ ਹਨ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।